ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰ ਸੁਰਿੰਦਰ ਸਿੰਘ ਭਾਜੀ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਜਸਕਿਰਨ ਕੌਰ, ਸਰਬਜੀਤ ਸਿੰਘ, ਪ੍ਰਭਸ਼ਰਨ ਸਿੰਘ, ਜਸ਼ਨਜੋਤ ਕੌਰ, ਹਰਮੀਤ ਕੌਰ, ਚਰਨਪਾਲ ਸਿੰਘ, ਅਰਸ਼ਦੀਪ ਕੌਰ, ਅਨਮੋਲਦੀਪ ਸਿੰਘ, ਗੁਰਪ੍ਰੀਤ ਸਿੰਘ ਥਿੰਦ, ਗਗਨਜੋਤ ਸਿੰਘ, ਨਵਲਜੋਤ ਸਿੰਘ, ਮਨਪ੍ਰੀਤ ਕੌਰ, ਗੁਰਲੀਨ ਕੌਰ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਪਟਿਆਲਾ ਰੋਡ ਸੁਨਾਮ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰ ਸੁਰਿੰਦਰ ਸਿੰਘ ਜੀ ਦਾ ਜਨਮ ਪਿਤਾ ਸਰਦਾਰ ਮਨਜੀਤ ਸਿੰਘ ਜੀ ਦੇ ਘਰ ਮਾਤਾ ਸਰਦਾਰਨੀ ਕੇਸਰ ਕੌਰ ਹੁਣਾਂ ਦੀ ਕੁੱਖੋਂ ਪਾਕਿਸਤਾਨ ਵਿਖੇ 13 ਅਪ੍ਰੈਲ 1935 ਨੂੰ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਹੋਣਹਾਰ ਪ੍ਰਤਿਭਾ ਦੇ ਮਾਲਕ, ਸੁਘੜ ਅਤੇ ਸਿਆਣੇ ਸਨ। ਆਪ ਜੀ ਨੇ ਆਪਣੀ ਮੁੱਢਲੀ ਸਿੱਖਿਆ ਪੂਰੀ ਕਰਨ ਉਪਰੰਤ ਫਗਵਾੜੇ ਤੋਂ ਸਿਵਲ ਇੰਜੀਨੀਅਰਿੰਗ ਕੀਤੀ ਅਤੇ ਫਗਵਾੜੇ ਵਿਖੇ ਹੀ ਆਪ ਜੀ ਸਿਵਲ ਇੰਜੀਨੀਅਰ ਦੀ ਨੌਕਰੀ ਕਰਨ ਲੱਗੇ। ਆਪ ਜੀ ਦਾ ਵਿਆਹ ਸਨ 1960 ਵਿੱਚ ਸਰਦਾਰਨੀ ਨਰਿੰਜਨ ਕੌਰ ਹੋਣਾ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਇਆ। ਆਪ ਜੀ ਦੇ ਘਰ 2 ਪੁੱਤਰੀਆਂ ਜਸਕਿਰਨ ਕੌਰ ਅਤੇ ਹਰਮੀਤ ਕੌਰ ਅਤੇ ਪੁੱਤਰ ਪ੍ਰਭਸ਼ਰਨ ਸਿੰਘ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਅੱਜ ਆਪ ਜੀ ਦੀਆਂ ਬੇਟੀਆਂ ਆਪੋ ਆਪਣੇ ਘਰਾਂ ਵਿੱਚ ਸੁਖੀ ਵਿਆਹਤਾ ਜੀਵਨ ਬਤੀਤ ਕਰ ਰਹੀਆਂ ਹਨ ਅਤੇ ਆਪ ਜੀ ਦੇ ਬੇਟੇ ਸਰਦਾਰ ਪ੍ਰਭਸ਼ਰਨ ਸਿੰਘ ਜੀ ਆਪ ਜੀ ਦੇ ਨਕਸ਼ੇ ਕਦਮਾਂ ਤੇ ਚੱਲ ਰਹੇ ਹਨ ਅਤੇ ਸਮਾਜ ਵਿੱਚ ਨਾਮਣਾ ਖੱਟ ਰਹੇ ਹਨ। ਆਪ ਜੀ ਦੇ ਬੇਟੇ ਸਰਦਾਰ ਪ੍ਰਭਸ਼ਰਨ ਸਿੰਘ ਜੀ ਉੱਘੇ ਬਿਜ਼ਨਸਮੈਨ ਹਨ ਅਤੇ 2 ਵਾਰ ਸੁਨਾਮ ਦੇ MC ਰਹਿ ਚੁੱਕੇ ਹਨ ਅਤੇ ਮੌਜੂਦਾ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਸਰਕਲ ਪ੍ਰਧਾਨ ਹਨ। ਸਰਦਾਰ ਸੁਰਿੰਦਰ ਸਿੰਘ ਜੀ ਨੌਕਰੀ ਛੱਡ ਕੇ ਰਾਜਨੀਤੀ ਵਿੱਚ ਆ ਗਏ ਅਤੇ ਇੱਥੇ ਆਪ ਜੀ ਨੇ ਜਨਤਾ ਦੀ ਸੇਵਾ ਤਨੋ ਮਨੋ ਅਤੇ ਤਨੋ ਕੀਤੀ। ਆਪ ਜੀ ਸੁਨਾਮ ਦੇ MC ਵੀ ਰਹੇ, ਮਾਰਕੀਟ ਕਮੇਟੀ ਦੇ ਮੈਂਬਰ ਰਹੇ ਅਤੇ ਕੋਆਪਰੇਟਿਵ ਸੁਸਾਇਟੀ ਦੇ 13 ਸਾਲ ਚੇਅਰਮੈਨ ਰਹੇ। ਆਪ ਜੀ ਚੰਡੀਗੜ੍ਹ ਵਿਖੇ ਕੋਸਟੋ ਫੈਡ ਦੇ ਮੈਂਬਰ ਵੀ ਰਹੇ। ਸਰਦਾਰ ਸੁਰਿੰਦਰ ਸਿੰਘ ਜੀ ਆਪਣੇ ਹਰ ਕੰਮ ਨੂੰ ਬਹੁਤ ਹੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕਰਿਆ ਕਰਦੇ ਸਨ। ਆਪ ਜੀ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ। ਗਰੀਬਾਂ ਅਤੇ ਦੀਨ ਦੁਖੀਆਂ ਦੀ ਸਹਾਇਤਾ ਆਪ ਜੀ ਹਮੇਸ਼ਾ ਹੀ ਤਨੋ ਮਨੋ ਅਤੇ ਤਨੋ ਕਰਿਆ ਕਰਦੇ ਸਨ। ਆਪ ਜੀ ਹਰ ਇੱਕ ਨਾਲ ਮਿਲ ਜੁਲ ਕੇ ਰਹਿੰਦੇ ਸਨ। ਸਰਦਾਰ ਸੁਰਿੰਦਰ ਸਿੰਘ ਜੀ ਹੁਣਾਂ ਨੂੰ ਗਾਇਕੀ ਦਾ ਬਹੁਤ ਸ਼ੌਕ ਸੀ। ਆਪ ਜੀ ਨੇ ਅਨੇਕਾਂ ਹੀ ਗਾਣੇ ਗਾਏ ਅਤੇ ਫਿਲਮਾਂ ਵਿੱਚ ਵੀ ਕੰਮ ਕੀਤਾ। ਵੱਡੇ ਵੱਡੇ ਕਲਾਕਾਰ ਜਿਵੇਂ ਸੁਰਿੰਦਰ ਸ਼ਿੰਦਾ, ਸਰਦੂਲ ਸਿਕੰਦਰ ਆਪ ਜੀ ਨੂੰ ਆਪਣਾ ਗੁਰੂ ਮੰਨਦੇ ਸਨ। ਭੰਗੜੇ ਦੀ ਸ਼ੁਰੂਆਤ ਸੁਨਾਮ ਤੋਂ ਹੋਈ ਅਤੇ ਇਹ ਸ਼ੁਰੂਆਤ ਵੀ ਸਰਦਾਰ ਸੁਰਿੰਦਰ ਸਿੰਘ ਜੀ ਹੁਣਾਂ ਨੇ ਹੀ ਕੀਤੀ। ਮੌਜੂਦਾ ਸਮੇਂ ਵਿੱਚ ਚਾਹੇ ਸਰਦਾਰ ਸੁਰਿੰਦਰ ਸਿੰਘ ਜੀ ਸਾਡੇ ਵਿਚਕਾਰ ਨਹੀਂ ਹਨ, ਪਰ ਉਹਨਾਂ ਦੇ ਕੀਤੇ ਕੰਮਾਂ ਤੋਂ ਪੂਰਾ ਸੁਨਾਮ ਅਜੇ ਵੀ ਉਹਨਾਂ ਨੂੰ ਜਾਣਦਾ ਹੈ ਅਤੇ ਉਹਨਾਂ ਦੀਆਂ ਯਾਦਾਂ ਪੂਰੇ ਸੁਨਾਮ ਵਿੱਚ ਹਜੇ ਵੀ ਮੌਜੂਦ ਹਨ।
ਭਾਜੀ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਹੀ ਸਮੁੱਚੀ ਸਾਧ ਸੰਗਤ, ਸਭ ਤੋਂ ਪਹਿਲਾਂ ਗੁਰੂ ਦੀ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਇਸ ਮਹਾਂਵਾਕ ਅਨੁਸਾਰ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਚੁੱਕੇ। ਉਹ ਇਨਸਾਨ ਜਿਹਦੀ ਸਮੁੱਚੀ ਜ਼ਿੰਦਗੀ, ਉਹ ਪਰਿਵਾਰ ਜਿਨ੍ਹਾਂ ਦੀ ਸਮੁੱਚੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਦੇ ਲੇਖੇ, ਉਹ ਪਰਿਵਾਰ ਸੁਰਿੰਦਰ ਭਾਜੀ ਹੋਰਾਂ ਦਾ ਪਰਿਵਾਰ ਜਿਨ੍ਹਾਂ ਦਾ ਸਾਰਾ ਜੀਵਨ ਸ਼੍ਰੋਮਣੀ ਅਕਾਲੀ ਦਲ ਦੇ ਲੇਖੇ, ਜਿਹੜੇ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਕਦੇ ਬਾਹਰ ਜਾ ਕੇ ਕੋਈ ਸੋਚ ਨਹੀਂ ਰੱਖੀ। ਅੱਜ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਹਾਂ। ਬਹੁਤ ਸਾਰੀਆਂ ਮੌਜੇ ਸ਼ਖਸੀਅਤਾਂ ਇੱਥੇ ਆਈਆਂ ਨੇ। ਸੁਰਿੰਦਰ ਭਾਜੀ ਹੋਰਾਂ ਦਾ ਇਹ ਪਰਿਵਾਰ ਦਾ ਜੇ ਮੈਂ ਥੋੜੇ ਸ਼ਬਦਾਂ 'ਚ ਮੈਂ ਇਹਦਾ ਵਿਖਿਆਨ ਕਰਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਜੀ ਹੋਰਾਂ ਤੋਂ ਲੈ ਕੇ ਸੰਤ ਫਤਿਹ ਸਿੰਘ ਜੀ, ਮਾਸਟਰ ਮੋਹਨ ਸਿੰਘ ਤੁਰ ਜੀ, ਸੰਤ ਲੌਂਗੋਵਾਲ ਜੀ, ਬਰਨਾਲਾ ਸਾਹਿਬ, ਸੰਤ ਚੰਨਨ ਸਿੰਘ ਜੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਤੇ ਮੌਜੂਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਕੋਈ ਵੀ ਇਹੋ ਜਿਹਾ ਪ੍ਰਧਾਨ ਨਹੀਂ ਜਿਹੜਾ ਇਹਨਾਂ ਦੇ ਗ੍ਰਹਿ ਵਿਖੇ ਹਾਜ਼ਰੀ ਭਰ ਕੇ ਨਾ ਗਿਆ। ਸੋ ਇਹ ਬਹੁਤ ਵੱਡੀ ਜਿਹੜੀ ਹੈ ਇੱਕ ਸ਼ਖਸੀਅਤ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਪ੍ਰਧਾਨ ਜਿਹੜੇ ਨੇ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਵਿਚਰ ਕੇ ਗਏ। ਸੋ ਅੱਜ ਉਹਨਾਂ ਦੀ ਅਰਦਾਸ ਦੇ ਵਿੱਚ ਬਹੁਤ ਸਾਰੇ ਰਾਜਨੀਤਿਕ ਸਮਾਂ ਵੀ ਹੈ ਤੇ ਥੋੜੇ ਸੀਮਤ ਸ਼ਬਦਾਂ ਦੇ ਵਿੱਚ ਮੈਂ ਕਹੂੰਗਾ ਕਿ ਜਿੰਨੀ ਵੀ ਸ਼ਖਸੀਅਤਾਂ ਸ਼ਬਦਾਂ ਦੇ ਫੁੱਲ ਭੇਟ ਕਰਨਗੀਆਂ, ਉਹਨਾਂ ਨੂੰ ਬੇਨਤੀ ਹੈ ਕਿ ਸਮੇਂ ਦਾ ਖਿਆਲ ਰੱਖ ਕੇ ਤੇ ਸਾਡੇ ਬਜ਼ੁਰਗ, ਕਿਉਂਕਿ ਪਿੱਛੇ ਪਰਿਵਾਰ ਦੇ ਵਿੱਚ ਮਾਤਾ ਜੀ ਹੋਰੀ, ਸਾਡਾ ਭਰਾ ਪ੍ਰਭ ਸ਼ਰਨ ਬੱਬੂ ਜਿਹੜਾ ਸਰਕਲ ਪ੍ਰਧਾਨ ਹੈ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ, ਨਾਲ MC ਰਹੇ ਨੇ, ਸਾਡੇ ਭੈਣ ਜੀ ਹੋਰੀ, ਅੱਗੇ ਬੱਚੇ ਪੁੱਤ ਪੋਤਰੇ। ਇਨਸਾਨ ਦਾ ਜੀਵਨ ਜਿਹੜਾ ਹੈ ਜਾਣਾ ਸਭ ਨੇ ਹੈ, ਪਰੰਤੂ ਜਾਣ ਤੋਂ ਬਾਅਦ ਉਹਦੇ ਕੀਤੇ ਕਰਮਾਂ ਦਾ ਜਿਹੜਾ ਲੇਖਾ ਜੋਖਾ ਉਹ ਅੱਜ ਦੀਆਂ ਜਿਹੜੀਆਂ ਹਾਜ਼ਰੀਆਂ ਹੁੰਦੀਆਂ ਨੇ ਉਹਨਾਂ ਤੇ ਬਹੁਤ ਨਿਰਭਰ ਹੈ। ਇਹ ਲੇਖਾ ਜੋਖਾ ਕਰਦੀਆਂ ਨੇ ਕਿ ਇਨਸਾਨ ਦਾ ਜੀਵਨ ਕਿਹੋ ਜਿਹਾ ਸੀ। ਅੱਜ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੱਲੋਂ ਵਿਸ਼ੇਸ਼ ਤੌਰ ਤੇ ਸ਼ੋਕ ਸੰਦੇਸ਼ ਭੇਜਿਆ ਗਿਆ ਹੈ, ਕਿਉਂਕਿ ਚੋਣਾਂ ਦਾ ਦੌਰ ਹੈ ਤੇ ਬਹੁਤ ਸਾਰੇ ਰੁਝੇਵੇਂ, ਸਿਆਸੀ ਰੁਝੇਵੇਂ ਬਹੁਤ ਸਾਰੀਆਂ ਲੀਡਰਸ਼ਿਪ ਦੇ ਹੈਗੇ ਨੇ। ਤੇ ਉਹ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਹਾਰਾਜ ਸਾਹਿਬ ਦਾ ਉਹਨਾਂ ਵੀ ਸ਼ੋਕ ਸੰਦੇਸ਼ ਭੇਜਿਆ। ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਜਿਹੜੇ ਪਾਰਟੀ ਦੇ ਸਕੱਤਰ ਵੀ ਨੇ, ਸਾਬਕਾ ਵਜ਼ੀਰ ਨੇ, ਉਹਨਾਂ ਵੱਲੋਂ ਵੀ ਸ਼ੋਕ ਸੰਦੇਸ਼ ਆਇਆ। ਤੇ ਮੈਂ ਦਰਜਾ ਬਦਰਜਾ ਬਹੁਤ ਸਾਰੀਆਂ ਸ਼ਖਸੀਅਤਾਂ ਦੇ ਹਾਜ਼ਰੀ ਲਵਾਉਂਗਾ, ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਮੈਂ ਕਹਾਂ ਸਰਦਾਰ ਹਰਿੰਦਰ ਸਿੰਘ ਹੋਰੀ ਬੈਠੇ ਨੇ, ਸਾਡੇ BC ਵਿੰਗ ਦੇ ਪ੍ਰਧਾਨ ਨੇ ਨਿਸ਼ਾਨ ਸਿੰਘ ਟੋਨੀ ਜੀ ਜਿਹੜੇ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਨੇ ਸੁਨਾਮ ਦੇ, ਉਹਨਾਂ ਦੀ ਹਾਜ਼ਰੀ ਲਵਾਉਣਾ। ਗੱਗੀ ਬਾਜਵਾ ਜੀ ਉਹ ਵੀ ਸਾਡੇ ਵਿਚਕਾਰ ਬੈਠੇ ਨੇ, ਸਤਿਗੁਰ ਸਿੰਘ ਨਮੋਲ ਸਾਹਿਬ, ਗੁਰਚਰਨ ਚੰਦਾ ਜੀ, ਮਾਸਟਰ ਦਲਜੀਤ ਸਿੰਘ ਜੀ, ਇਹਨਾਂ ਦੀ ਹਾਜ਼ਰੀ ਲਵਾਉਂਦਾ ਹੋਇਆ ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਗੁਰਪ੍ਰੀਤ ਸਿੰਘ ਲਖਮੀਰ ਵਾਲਾ ਸਾਹਿਬ ਨੂੰ ਕਿ ਉਹ ਹੀ ਦੋ ਸ਼ਬਦ ਜਿਹੜੇ ਸ਼ਬਦਾਂ ਦੇ ਫੁੱਲ ਭੇਟ ਕਰਨ ਤੇ, ਕਿਉਂਕਿ ਇਹਨਾਂ ਦਾ ਵੀ ਪਰਿਵਾਰ ਨਾਲ ਬਹੁਤ ਗੂੜਾ ਪਿਆਰ ਹੈ। ਸਰਦਾਰ ਗੁਰਪ੍ਰੀਤ ਸਿੰਘ ਲਖਮੀਰ ਵਾਲਾ ਸਾਹਿਬ। ਮਹਾਨ ਗੁਰੂ ਦੀ ਮਹਾਨ ਸੰਗਤ, ਸਾਰੇ ਕਰੋ ਮੁਖ ਪਵਿੱਤਰ ਬੁਲਾਓ, ਫਤਿਹ ਆਖੋ ਗੱਜ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹੁਕਮਨਾਮੇ ਤੋਂ ਬਾਅਦ ਕੋਈ ਵੀ ਗੱਲ ਐਸੀ ਬਕਾਇਆ ਨਹੀਂ ਰਹਿ ਜਾਂਦੀ ਜਿਹੜਾ ਮੇਰੇ ਵਰਗਾ ਸਧਾਰਨ ਇਨਸਾਨ ਜਾਂ ਕੋਈ ਵੀ ਉੱਠ ਕੇ ਆਪਣੀ ਗੱਲ ਕਰੇ। ਹੁਕਮਨਾਮਾ ਬਹੁਤ ਪਾਵਨ ਤੇ ਪਾਕ ਪਵਿੱਤਰ ਹੈ, ਉਹਦੇ ਵਿੱਚ ਸਾਰੀ ਗੱਲ ਆ ਜਾਂਦੀ ਹੈ। ਪਰ ਫਿਰ ਵੀ ਭਰਾਵੋ ਇੱਕ ਦੁਨਿਆਵੀ ਪਰੰਪਰਾ ਬਣੀ ਹੋਈ ਹੈ, ਜਾਣ ਵਾਲੇ ਸੱਜਣ ਬਾਰੇ ਉਸ ਦੀ ਜ਼ਿੰਦਗੀ ਦਾ ਲੇਖਾ ਜੋਖਾ ਕਰਨ ਦਾ ਸਮਾਂ ਵੀ ਇਹੋ ਹੁੰਦਾ ਹੈ। ਮੈਂ ਸਮਾਂ ਜ਼ਿਆਦਾ ਨਾ ਲਵਾਂ, ਆਪਣੇ ਸੀਮਤ ਸ਼ਬਦਾਂ ਰਾਹੀਂ ਉਸ ਮਹਾਨ ਆਗੂ ਨੂੰ ਜਿਹਨੇ ਆਪਣੀ ਸਾਰੀ ਜ਼ਿੰਦਗੀ ਦੇਸ਼ ਦੇ ਲੇਖੇ, ਕੌਮ ਦੇ ਲੇਖੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਲੇਖੇ ਲਾਈ ਹੈ, ਉਹਨਾਂ ਦਾ ਥੋੜਾ ਜਿਹਾ ਮੈਂ
ਉਹਨਾਂ ਬਾਰੇ ਚਾਨਣਾ ਪਾਉਣ ਦਾ ਯਤਨ ਕਰਾਂਗਾ। ਸਰਦਾਰ ਸੁਰਿੰਦਰ ਸਿੰਘ ਤੇ ਗੁਰਦੀਪ ਸਿੰਘ ਦੋਵਾਂ ਨੂੰ ਭਾਜੀ ਕਿਹਾ ਜਾਂਦਾ ਸੀਗਾ। ਸੁਨਾਮ ਦੇ ਵਿੱਚ ਮੇਰਾ ਖਿਆਲ ਹੈ ਵੀ ਭਾਜੀ ਸ਼ਬਦ ਸ਼ਾਇਦ ਕਿਸੇ ਹੋਰ ਲਈ ਨਹੀਂ ਵਰਤਿਆ ਜਾਂਦਾ। ਭਾਜੀ ਇੱਕ ਰਿਸਪੈਕਟ ਦਾ ਪ੍ਰਤੀਕ ਹੈ ਜੋ ਇਹ ਦੋਵੇਂ ਭਰਾਵਾਂ ਦੇ ਲੇਖੇ ਆਇਆ। ਬੇਸ਼ੱਕ ਇਹ ਚਾਰ ਭਰਾ ਨੇ, ਆਪਣੇ ਆਪਣੇ ਫੀਲਡ ਦੇ ਵਿੱਚ ਸਾਰਿਆਂ ਦੀ ਮੱਲਾਂ ਮਾਰੀਆਂ ਨੇ। ਡਾਕਟਰ ਸਾਹਿਬ ਹੋਣ, ਵਕੀਲ ਸਾਹਿਬ ਹੋਣ, ਸਰਦਾਰ ਗੁਰਦੀਪ ਸਿੰਘ ਭਾਜੀ ਤੇ ਸਰਦਾਰ ਸੁਰਿੰਦਰ ਸਿੰਘ ਭਾਜੀ। ਇਹਨਾਂ ਦੇ ਦਾਦਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੂਸਰੇ ਵਾਈਸ ਪ੍ਰਧਾਨ ਰਹੇ। ਉਸ ਤੋਂ ਬਾਅਦ ਇਹਨਾਂ ਦੇ ਪਿਤਾ ਜੀ ਬਹੁਤ ਹੀ ਨਹਾਇਸ਼ ਸ਼ਰੀਫ ਆਦਮੀ। ਮੈਨੂੰ ਯਾਦ ਹੈ ਮੇਰੇ ਪਿਤਾ ਜੀ ਦੇ ਨਾਲ ਉਹਨਾਂ ਨੇ 11 ਮਹੀਨੇ ਹਿਸਾਰ ਜੇਲ੍ਹ, 9 ਮਹੀਨੇ ਰੋਹਤਕ ਜੇਲ੍ਹ। ਉਹ ਇਸ ਪਰਿਵਾਰ ਨੇ ਸਰਦਾਰ ਗੁਰਦੀਪ ਸਿੰਘ ਭਾਜੀ ਨੇ, ਸਰਦਾਰ ਸੁਰਿੰਦਰ ਸਿੰਘ ਜੀ ਉਹਨਾਂ ਨੇ ਬਾਖੂਬੀ ਕੱਟੀਆਂ, ਕਦੇ ਮੱਥੇ ਵੜ ਨਹੀਂ ਪਾਇਆ। ਸੋ ਮੈਂ ਆਪਣੇ ਸੀਮਤ ਸ਼ਬਦਾਂ ਰਾਹੀਂ ਆਪਣੇ ਉਸ ਬਜ਼ੁਰਗ ਨੂੰ, ਆਪਣੇ ਸਤਿਕਾਰਯੋਗ ਚਾਚਾ ਜੀ ਨੂੰ ਬਹੁਤ ਹੀ ਸ਼ਰਧਾ ਤੇ ਅਥਾਹ ਸਤਿਕਾਰ ਭੇਟ ਕਰਦਾ। ਜਾਣਾ ਭਰਾਵੋ ਸਭ ਨਹੀਂ ਹੈ, ਇੱਥੇ ਰਹਿਣਾ ਕਿਸੇ ਨੇ, ਇੱਥੇ ਕੋਈ ਚੀਜ਼ ਸਥਿਰ ਨਹੀਂ ਹੈ, ਸਭ ਅਸਥਿਰ ਹੈ। ਇਸ ਕਰਕੇ ਮੈਂ ਆਪਣੇ ਉਸ ਰਗਲੇ ਸੱਜਣ ਨੂੰ, ਆਪਣੇ ਚਾਚਾ ਜੀ ਨੂੰ ਬਹੁਤ ਹੀ ਸ਼ਰਧਾ ਤੇ ਸਤਿਕਾਰ ਭੇਟ ਕਰਦਾ। ਮੇਰੇ ਇੱਕ ਗੱਲ ਚੇਤੇ ਆ ਗਈ। ਮੇਰੀ ਚਾਚੀ ਜੀ ਉਹਨਾਂ ਨੇ, ਦੋਨਾਂ ਨੇ, ਤਿੰਨਾਂ ਚਾਰਾਂ ਨੇ, ਮੈਂ ਕਹੂੰਗਾ ਬਹੁਤ ਹੀ ਪੰਥ ਦੀ ਸੇਵਾ ਕੀਤੀ। ਸਾਡੀ ਸਤਿਕਾਰਯੋਗ ਭੂਆ ਜੀ ਵੀ ਕੁਆਰੀਆਂ ਹੁੰਦੀਆਂ, ਕੌਣ ਅੱਜ ਲੇਡੀ ਹੈਗੀ ਹੈ ਜੀ, ਕੌਣ ਇਸ ਗੱਲਾਂ ਦਾ ਵਿਚਾਰ ਕਰਦਾ ਹੈ। ਉਹ ਕੁਆਰੀਆਂ ਹੁੰਦੀਆਂ ਹੋਈਆਂ ਪੂਰੇ ਬੂਥਾਂ ਤੱਕ ਬੈਠਦੀਆਂ ਰਹੀਆਂ ਨੇ। ਇਹ ਮੈਨੂੰ ਇਸ ਗੱਲ ਦਾ ਬਹੁਤ ਵੱਡਾ ਉਹ ਹੈ। ਜੇ ਵਰਕਰੀ ਕਰਨੀ ਹੋਵੇ ਤਾਂ ਅੱਜ ਵਰਕਰ ਨਹੀਂ ਮਿਲਦਾ, ਕਿਸੇ ਵੀ ਪਾਰਟੀ ਨੂੰ ਲੀਡਰ ਤਾਂ ਮਿਲਦੇ ਨੇ ਪਰ ਵਰਕਰ ਨਹੀਂ ਮਿਲਦਾ, ਵਰਕਰ ਨਵਾਜ਼ ਨਹੀਂ ਮਿਲਦਾ। ਇਹ ਮੈਨੂੰ ਬਹੁਤ ਗਹਿਰੇ ਦੁੱਖ ਨਾਲ ਕਹਿਣਾ ਪੈਂਦਾ ਹੈ। ਸੋ ਮੈਂ ਆਪਣੇ ਸੀਮਤ ਸ਼ਬਦਾਂ ਰਾਹੀਂ ਉਸ ਮਹਾਨ ਆਗੂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਾ। ਬਹੁਤ ਬਹੁਤ ਧੰਨਵਾਦ। ਮੈਂ ਉਹਨਾਂ ਬਾਰੇ ਅੱਧਾ ਘੰਟਾ ਬੋਲ ਸਕਦਾ ਪਰ ਸਮੇਂ ਦੀ ਬੜੀ ਨਿਜਾਕਤ ਦੇਖਦਾ ਹੋਇਆ ਮੈਂ ਫਿਰ ਵੀ ਉਹਨਾਂ ਨੂੰ ਸ਼ਰਧਾ ਸਤਿਕਾਰ ਭੇਟ ਕਰਦਾ। ਆਪਣੇ ਗੁਰੂ ਸਾਹਿਬ ਦਾ, ਮਹਾਰਾਜ ਸਾਹਿਬ ਦੇ ਵਜ਼ੀਰਾਂ ਦਾ, ਆਈ ਹੋਈ ਸਾਰੀ ਸੰਗਤ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਪੰਥ ਦੇ ਲਈ ਕਿਤੇ ਮੋਰਚੇ ਲੱਗੇ ਨੇ ਤਾਂ ਇਸ ਪਰਿਵਾਰ ਨੇ ਹਮੇਸ਼ਾ ਪੂਰੇ ਹੋ ਕੇ ਤੇ ਮੋਹਰੀ ਭੂਮਿਕਾ ਨਿਭਾਈ ਹੈ। ਇਸ ਦੁੱਖ ਦੇ ਮੌਕੇ ਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ, ਉਹਨਾਂ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਰਦਾਰ ਪਰਮਿੰਦਰ ਸਿੰਘ ਢੀਂਡਸਾ ਸਾਹਿਬ, ਉਹਨਾਂ ਵੱਲੋਂ ਵੀ ਦੁੱਖ ਸਾਂਝਾ ਕੀਤਾ ਗਿਆ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਦੇਵ ਸਿੰਘ ਹੰਜਰਾ ਸਾਹਿਬ ਬੈਠੇ ਨੇ, ਉਹਨਾਂ ਵੱਲੋਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਸਾਡੇ ਬਹੁਤ ਸਾਰੇ ਸਰਕਲ ਪ੍ਰਧਾਨ ਗੱਗੀ ਜੀ, ਸਾਡੇ ਬੱਬੀ ਜੀ ਤੇ ਜਗਮੇਲ ਛਾਇਲਾ ਜੀ, ਹੈਪੀ ਹੰਜਰਾ ਜੀ, ਹਰਿੰਦਰ ਜਿਹੜੇ ਮਨਿੰਦਰ ਲਖਮੀਰ ਵਾਲਾ ਜੀ, ਹੋਰ ਜਿੰਨੀਆਂ ਸ਼ਖਸੀਅਤਾਂ ਜਿਹੜੀਆਂ ਨੇ ਸਾਡੀਆਂ ਇੱਥੇ ਮੌਜੂਦ ਨੇ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਖੁਸ਼ਪਾਲ ਸਿੰਘ ਵੀਰ ਕਲਾਂ ਸਾਹਿਬ ਉਹ ਵੀ ਬੈਠੇ ਨੇ। ਸੁਖ ਜੀ ਜਿਹੜੇ ਸਾਬਕਾ ਵਜ਼ੀਰ ਜੀ, ਉਹਨਾਂ ਦੇ ਵੀ ਹਾਜ਼ਰੀ ਲਵਾਉਂਦੇ ਆ। ਬਹੁਤ ਸਾਰੇ ਸ਼ੋਕ ਸੰਦੇਸ਼ ਜਿਹੜੇ ਪ੍ਰੇਮ ਗੁਗਨਾਨੀ ਜੀ ਭਾਰਤੀ ਜਨਤਾ ਪਾਰਟੀ ਵੱਲੋਂ, ਅਸ਼ੋਕ ਜੀ ਜਿਹੜੇ ਮੰਡਲ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੇ, ਉਹਨਾਂ ਵੱਲੋਂ, ਅੰਮ੍ਰਿਤ ਰਾਜਦੀਪ ਸਿੰਘ ਚੱਠਾ ਸਾਹਿਬ ਵੱਲੋਂ, ਪ੍ਰੈਸ ਕਲੱਬ ਸੁਨਾਮ ਵੱਲੋਂ ਤੇ ਕਨਫੈਡਰੇਸ਼ਨ ਫॉर ਚੈਲੰਜ ਪਰਸਨ ਜਿਹੜਾ ਹੈ ਸਤੀਸ਼ ਗੋਇਲ ਜੀ, ਉਹਨਾਂ ਵੱਲੋਂ ਵੀ ਸ਼ੋਕ ਸੰਦੇਸ਼ ਆਇਆ। ਇਹਨਾਂ ਦੀ ਹਾਜ਼ਰੀ ਲਵਾਉਂਦਾ ਹੋਇਆ ਮੈਂ ਹੁਣ ਬੇਨਤੀ ਕਰਦਾ ਸਰਦਾਰ ਰਵਿੰਦਰ ਸਿੰਘ ਚੀਮਾ ਸਾਹਿਬ ਨੂੰ ਕਿ ਉਹ ਵੀ ਆ ਕੇ 2 ਮਿੰਟ ਸ਼ਰਧਾ ਦੇ ਫੁੱਲ ਭੇਟ ਕਰਨ। ਸਰਦਾਰ ਰਵਿੰਦਰ ਸਿੰਘ ਚੀਮਾ ਸਾਹਿਬ। ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਸਾਹਿਬਾਨ, ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਭਾਜੀ ਸੁਰਿੰਦਰ ਸਿੰਘ ਹੋਰਾਂ ਬਾਰੇ ਮੇਰੇ ਤੋਂ ਪਹਿਲਾਂ ਵਿਨਰਜੀਤ ਗੋਲਡੀ ਜੀ ਨੇ ਔਰ ਸਾਡੇ ਜਥੇਦਾਰ ਲਖਮੀਰ ਵਾਲਾ ਸਾਹਿਬ ਨੇ ਕਾਫੀ ਵਿਸਤਾਰ 'ਚ ਦੱਸਿਆ ਹੈ। ਸਾਡਾ ਵੀ ਇਸ ਪਰਿਵਾਰ ਨਾਲ ਬਜ਼ੁਰਗਾਂ ਤੋਂ ਲੈ ਕੇ ਰਿਸ਼ਤਾ ਚੱਲਿਆ ਆਉਂਦਾ। ਸਾਰ ਮਨਜੀਤ ਸਿੰਘ ਹੋਰੀ ਜਿਹੜੇ ਭਾਜੀ ਹੋਰਾਂ ਦੇ ਪਿਤਾ ਜੀ ਸੀ, ਉਹਨਾਂ ਦਾ ਸਾਡੇ ਬਿਲਕੁਲ ਖੇਤ ਨਾਲ ਖੇਤ ਸਾਂਝਾ ਸੀਗਾ। ਔਰ ਉਦੋਂ ਤੋਂ ਲੈ ਕੇ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਵੀ ਇਸ ਪਰਿਵਾਰ ਨੇ ਪਾਕਿਸਤਾਨ ਤੋਂ ਆਏ ਪਰਿਵਾਰਾਂ ਦੀ ਬਹੁਤ ਇੱਜ਼ਤ ਕੀਤੀ ਸੀ, ਕਿਉਂਕਿ ਇਹਨਾਂ ਦਾ ਆਪਣਾ ਪਿਛੋਕੜ ਵੀ ਇਹਨਾਂ ਨੂੰ ਮਰਬੇ ਮਿਲੇ ਸੀ ਪਾਕਿਸਤਾਨ। ਇਸੇ ਕਰਕੇ ਸ਼ਾਇਦ ਤੁਹਾਨੂੰ ਇਹਨਾਂ ਦੇ ਪਰਿਵਾਰ, ਸਰ ਰਾਮ ਸਿੰਘ ਜੀ ਦੇ ਪਰਿਵਾਰ ਜਿੰਨੇ ਵੀ ਇੱਥੇ, ਸਰ ਤਾਰਾ ਸਿੰਘ ਹੋਰੀ, ਸਰ ਮਨਜੀਤ ਸਿੰਘ ਹੋਰੀ ਤੇ ਸਰ ਪ੍ਰਵੀਰ ਸਿੰਘ ਹੋਰਾਂ ਦੇ ਜਿਹੜੇ ਪਰਿਵਾਰ ਸੀਗੇ, ਇਹਨਾਂ ਦਾ ਸਾਰਿਆਂ ਦਾ ਰਹਿਣ ਸਹਿਣ ਜਿਹੜਾ ਨਾ
ਉਹ ਸਾਡੇ ਆਮ ਕਿਰਤੀ ਕਮੌਜ ਬਰਾਦਰੀ ਨਾਲੋਂ ਥੋੜ੍ਹਾ ਜਿਹਾ ਵੱਖਰਾ ਸੀਗਾ, ਕਿਉਂਕਿ ਚੰਗੀ ਜ਼ਮੀਨ ਜਾਇਦਾਦ ਦੇ ਮਾਲਕ ਸੀ, ਚੰਗਾ ਰਸੂਖ ਸੀ ਇਲਾਕੇ 'ਚ, ਔਰ ਇਹਨਾਂ ਨੇ ਬਹੁਤ ਮਦਦ ਕੀਤੀ ਉਸ ਵੇਲੇ। ਮੈਂ ਜਿੱਥੋਂ ਤੱਕ ਇਸ ਪਰਿਵਾਰ ਬਾਰੇ, ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਬੈਠੇ ਨੇ, ਮਾਨ ਸਾਹਿਬ ਕੋਰ ਕਮੇਟੀ ਦੇ ਮੈਂਬਰ ਨੇ, ਹੋਰ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਇੱਥੇ ਬਿਰਾਜਮਾਨ ਹੈ। ਮੈਂ ਇਸ ਪਰਿਵਾਰ ਦੀ ਦੋ ਸ਼ਬਦਾਂ 'ਚ ਜੇਕਰ ਪ੍ਰਸ਼ੰਸਾ ਕਰਨੀ ਹੋਵੇ ਤਾਂ ਇਹ ਕਹਿ ਸਕਦਾ ਕਿ ਇਹ ਉਹ ਪਰਿਵਾਰ ਹੈ ਜਿਹਨੂੰ ਟਕਸਾਲੀ ਕਿਹਾ ਜਾ ਸਕਦਾ ਹੈ। ਟਕਸਾਲੀ ਦੀ ਜੇਕਰ ਡੈਫੀਨੇਸ਼ਨ ਦੇਣੀ ਹੋਵੇ ਇਸ ਨਾਮ ਦੇ ਵਿੱਚ ਤਾਂ ਉਹ ਇਹਨਾਂ ਪਰਿਵਾਰਾਂ ਦੀ ਦਿੱਤੀ ਜਾ ਸਕਦੀ, ਜਿਨ੍ਹਾਂ ਨੇ ਕੈਦਾਂ ਵੀ ਕੱਟੀਆਂ, ਹਮੇਸ਼ਾ ਪੋਲੀਆਂ ਤੇ ਬੈਠੇ ਬੱਚਿਆਂ ਬੀਬੀਆਂ ਤੋਂ ਲੈ ਕੇ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਨਿਸ਼ਕਾਮ ਕੀਤੀ। ਮੈਂ ਨਿਸ਼ਕਾਮ ਸ਼ਬਦ ਇਸ ਲਈ ਵਰਤਿਆ ਕਿ ਨਾ ਤਾਂ ਭਾਜੀ ਕੁਲਦੀਪ ਸਿੰਘ ਹੋਰਾਂ ਨੇ ਕੋਈ ਅਹੁਦਾ ਲਿਆ, ਨਾ ਭਾਜੀ ਸੁਰਿੰਦਰ ਸਿੰਘ ਹੋਰਾਂ ਨੇ ਅਹੁਦਾ ਲਿਆ, ਸਾਹਿਬ ਹਰਬੰਸ ਸਿੰਘ ਜੀ ਵਕੀਲ ਸਾਹਿਬ ਹੋਰੀ, ਇਹਨਾਂ ਨੇ ਵੀ ਕੋਈ ਸ਼੍ਰੋਮਣੀ ਅਕਾਲੀ ਦਲ ਤੋਂ ਲਾਹੇ ਵਾਲਾ ਫਾਇਦਾ ਜਿਹੜਾ ਨਹੀਂ ਲਿਆ। ਡਾਕਟਰ ਸਾਹਿਬ ਤਾਂ ਆਪ ਹੀ ਬੜੀ ਮਹਾਰਾਜ ਸਾਹਿਬ ਦੀ ਕਿਰਪਾ, ਇਹਨਾਂ ਦੀ ਪ੍ਰੈਕਟਿਸ ਬੜੀ ਸੀ ਉੱਥੇ। ਸੋ ਸ਼੍ਰੋਮਣੀ ਅਕਾਲੀ ਦਲ ਤੋਂ ਇਹਨਾਂ ਨੇ ਕੋਈ ਸਿਆਸੀ ਜਾਂ ਸਮਾਜਿਕ ਫਾਇਦਾ ਨਹੀਂ ਲਿਆ, ਲੇਕਿਨ ਉਹਦੇ ਬਾਵਜੂਦ ਜਿਸ ਸਿਰੜ ਨਾਲ ਔਰ ਜਿਸ ਸਿਦਕ ਨਾਲ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕੀਤੀ ਹੈ, ਮੈਂ ਸ਼੍ਰੋਮਣੀ ਅਕਾਲੀ ਦਲ ਦਾ ਨਿਮਾਣਾ ਜਿਹਾ ਵਰਕਰ ਹੋਣ ਦੇ ਨਾਤੇ ਅੱਜ ਉਹਨਾਂ ਦੇ ਅੰਤਮ ਅਰਦਾਸ ਮੌਕੇ ਇਸ ਸਾਰੇ ਪਰਿਵਾਰ ਦੀ ਸੇਵਾ ਨੂੰ ਸਿਰ ਨਿਭਾਉਣਾ ਤੇ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਗੁਰੂ ਮਹਾਰਾਜ ਸਾਹਿਬ ਇਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਤੇ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕੇਸਰ ਸਿੰਘ ਢੋਟ ਸਾਹਿਬ, ਰਾਗੀ ਬਹਾਦਰ ਸਿੰਘ ਜੀ, ਹੈਪੀ ਹੰਜਰਾ ਜੀ, ਹਰਪ੍ਰੀਤ ਹੰਜਰਾ ਜੀ, ਤੇ ਹੁਣ ਮੈਂ ਬੇਨਤੀ ਕਰਦਾ ਕਿ 2 ਮਿੰਟ ਲਈ ਹਰਮਨਦੀਪ ਸਿੰਘ ਗੱਗੀ ਬਾਜਵਾ ਜੀ ਨੂੰ ਵੀ ਹਾਜ਼ਰੀ ਪਰ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਹਰਮਨਦੀਪ ਸਿੰਘ ਗੱਗੀ ਬਾਜਵਾ। ਫਤਿਹ ਬੁਲਾਉਣ ਲੱਗਿਆ ਵਿੱਚ ਸਾਂਝ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਸੁਰਿੰਦਰ ਸਿੰਘ ਜੀ, ਮੈਨੂੰ ਜਾਂ ਦਾਮਨ ਜੀ ਨੂੰ ਘੱਟ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ, ਪਰ ਪ੍ਰਭਸ਼ਰ ਸਿੰਘ ਬੱਬੂ ਜੀ ਸਾਡੇ ਵੱਡੇ ਭਰਾ, MC ਸਾਹਿਬ, ਅਕਾਲੀ ਦਲ ਦੇ ਪ੍ਰਧਾਨ ਸਾਹਿਬ, ਇਹਨਾਂ ਨਾਲ ਕਾਫੀ ਸਾਡਾ ਪਰਿਵਾਰ ਦਾ ਮੇਲ ਜੋਲ ਰਿਹਾ ਤੇ ਮੇਰੇ ਮਾਤਾ ਜੀ ਦੇ ਦੱਸਣ ਮੁਤਾਬਕ ਮੇਰੇ ਪਿਤਾ ਜੀ ਦਾ ਜ਼ਿਆਦਾ ਰਿਹਾ। ਤਾਂ ਜੋ ਵੀ ਗੱਲਾਂ ਅੱਜ ਤੱਕ ਜਥੇਦਾਰ ਸਾਹਿਬ ਬਾਰੇ ਸੁਣਨ ਨੂੰ ਮਿਲੀਆਂ, ਉਹ ਪਹਿਲੀ ਕਤਾਰ ਦੇ ਲੀਡਰ ਵਾਲੀਆਂ ਤੇ ਹੁਣੇ ਮੇਰੇ ਵੱਡੇ ਭਰਾ ਕਰਕੇ ਗਏ ਵੀ ਨਿਸ਼ਕਾਮ ਸੇਵਾ ਬਿਨਾਂ ਅਹੁਦੇ ਤੋਂ। ਜੇ ਕਿਸੇ ਨੂੰ ਕਿਸੇ ਪਾਰਟੀ 'ਚ, ਕਿਉਂਕਿ ਆਪਾਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਾਰੇ ਬੈਠੇ, ਆਮ ਲੋਕ ਵੀ ਬੈਠੇ ਨੇ, ਜੇ ਬਿਨਾਂ ਅਹੁਦੇ ਤੋਂ ਸਾਰਿਆਂ ਨਾਲੋਂ ਵੱਧ ਕੰਮ ਕਰਦਾ ਦੇਖਿਆ ਗਿਆ ਜਾਂ ਸੁਣਿਆ ਗਿਆ ਤਾਂ ਉਹ ਜਥੇਦਾਰ ਸੁਰਿੰਦਰ ਸਿੰਘ ਜੀ ਸੀਗੇ। ਮੈਂ ਬਹੁਤਾ ਲੰਬਾ ਨਾ ਲਿਜਾਂਦਾ ਹੋਇਆ, ਕਿਉਂਕਿ ਟਾਈਮ ਬਹੁਤ ਘੱਟ ਹੈ ਤੇ ਬੁਲਾਰੇ ਬਹੁਤ ਨੇ। ਮੈਂ ਆਪਣੇ ਵੱਲੋਂ, ਮੇਰੇ ਵੱਡੇ ਭਰਾ ਨਿਸ਼ਾਨ ਸਿੰਘ ਟੋਨੀ ਜੀ ਵੱਲੋਂ, ਮੇਰੀ ਧਰਮ ਪਤਨੀ ਦਾਮਨ ਬਾਜਵਾ ਜੀ ਵੱਲੋਂ, ਸਾਡੀ ਪਾਰਟੀ ਦੇ ਉਰੇ ਆਏ ਸਮੁੱਚੇ ਵਰਕਰ ਤੇ MC ਸਾਹਿਬਾਨਾਂ ਵੱਲੋਂ ਤੇ ਕਾਂਗਰਸ ਪਾਰਟੀ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਵਿਚਲੀ ਰੂਹ ਨੂੰ ਆਪਣੇ ਚਰਨਾਂ ਸਥਾਨ ਦੇਣ ਤੇ ਪਰਿਵਾਰ ਦੇ ਸਿਰ ਤੇ ਹੱਥ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਸਤਿਕਾਰਯੋਗ, ਸਾਡੇ ਦਿਲਾਂ ਤੇ ਰਾਜ ਕਰਨ ਵਾਲੇ ਸਿਦਕ ਅਤੇ ਸਿਰੜ ਦੇ ਮੁਜੱਸਮਾ ਸਰਦਾਰ ਸੁਰਿੰਦਰ ਸਿੰਘ ਭਾਜੀ ਦੀ ਅੰਤਮ ਅਰਦਾਸ ਵਿੱਚ ਅਸੀਂ ਸਾਰੇ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਤੇ ਸਤਿਗੁਰਾਂ ਅੱਗੇ ਜੋਤੜੀ ਕਰਨ ਲਈ ਜੁੜੇ ਹਾਂ। ਮੇਰੇ ਤੋਂ ਪਹਿਲਾਂ ਭਾਜੀ ਦੀ ਸ਼ਖਸੀਅਤ ਬਾਰੇ ਬਖੂਬੀ ਜ਼ਿਕਰ ਕੀਤਾ ਹੈ। ਮੇਰਾ ਵੀ ਪਰਿਵਾਰ ਦੇ ਨਾਲ ਕਾਫੀ ਲੰਮੇ ਅਰਸੇ ਤੋਂ ਪਿਆਰ ਔਰ ਰਾਬਤਾ ਰਿਹਾ ਹੈ। ਮੈਂ ਮਹਿਸੂਸ ਕਰਦਾ ਕਿ
ਸੁਰਿੰਦਰ ਸਿੰਘ ਭਾਜੀ ਦੀ ਕਿਤਾਬ ਦਾ ਹਰ ਪੰਨਾ ਜਿਹੜਾ ਹੈ ਸਾਡੇ ਲਈ ਪ੍ਰੇਰਨਾ ਸਰੋਤ ਹੈ। ਅੱਜ ਦੇ ਇਸ ਪਦਾਰਥਵਾਦੀ ਯੁੱਗ ਵਿੱਚ ਜੇ ਸਾਡਾ ਸਵਾਰਥ ਹੋਵੇ, ਨਾ ਸਵਾਰਥ ਪੂਰਾ ਹੋਵੇ, ਅਸੀਂ ਪਲ ਵਿੱਚ ਚਲੇ ਜਾਂਦੇ ਹਾਂ, ਬਦਲ ਜਾਂਦੇ ਹਾਂ। ਪਰ ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਦਾ ਆਖਰੀ ਸਵਾਸ ਵੀ ਇਹਨਾਂ ਨੇ ਆਪਣੀ ਉਸ ਪੰਥਕ ਸੋਚ ਨੂੰ ਸਮਰਪਿਤ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਨਾਲ ਜ਼ਿੰਦਗੀ ਦਾ ਆਖਰੀ ਸਵਾਸ ਤੱਕ ਲਾਇਆ ਹੈ ਔਰ ਸਾਰੇ ਪਰਿਵਾਰ ਨੂੰ ਉਹੀ ਗੁੜਤੀ ਦਿੱਤੀ ਹੈ। ਨਹੀਂ ਤਾਂ ਅੱਜ ਦੇ ਹਾਲਾਤ ਐਸੇ ਨੇ, ਜੋ ਕੁਝ ਆਪਾਂ ਵੇਖ ਰਹੇ ਹਾਂ ਸਮਾਜ 'ਚ, ਰਾਜਨੀਤਿਕ ਪਾਰਟੀਆਂ 'ਚ, ਕਿ ਸਵੇਰੇ ਕੁਝ ਹੋਰ ਹੁੰਦਾ ਹੈ, ਸ਼ਾਮ ਨੂੰ ਕੁਝ ਹੋਰ ਬਣ ਜਾਂਦਾ ਹੈ। ਮੈਂ ਸਮਝਦਾ ਕਿ ਇਸ ਤਰ੍ਹਾਂ ਦੀ ਜਿਹੜੀ ਸ਼ਖਸੀਅਤ ਹੈ ਉਹਦੀ ਜ਼ਿੰਦਗੀ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਜੇ ਇਹ ਕਹਿ ਲਈਏ ਕਿ ਉਹ ਜਿਸ ਤਰ੍ਹਾਂ ਦਾ ਇਤਿਹਾਸ ਬਣਾ ਕੇ ਗਏ ਨੇ, ਸ਼ਾਇਦ ਅਸੀਂ ਉਸ ਬਾਰੇ ਸੋਚ ਨਹੀਂ ਸਕਦੇ। ਜਿੱਥੇ ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਸ਼੍ਰੋਮਣੀ ਅਕਾਲੀ ਦਲ ਵੱਲੋਂ ਅਦਬ ਅਤੇ ਸਤਿਕਾਰ ਨਾਲ ਸ਼ਰਧਾ ਦੇ ਫੁੱਲ ਭੇਟ ਕਰਦਾ, ਸਤਿਗੁਰੂ ਅੱਗੇ ਅਰਦਾਸ ਕਰਦਾ ਕਿ ਪਰਿਵਾਰ ਨੂੰ ਇਹ ਦੁੱਖ ਝੱਲਣ ਦਾ ਬਲ ਬਖਸ਼ਿਓ, ਸਾਨੂੰ ਉਹਨਾਂ ਦੇ ਆਦਰਸ਼ਾਂ 'ਤੇ ਚੱਲਣ ਦੀ ਤਾਕਤ ਬਖਸ਼ਿਓ। ਇਹਨਾਂ ਸ਼ਬਦਾਂ ਨਾਲ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚਮੁੱਚ ਤੋਂ ਮੇਰੇ ਇਹ ਨਾਨਕਾ ਪਰਿਵਾਰ ਹੈ। ਮੈਂ ਕਿਤੇ ਨਹੀਂ ਸੀ ਜਾਣਾ ਤੇ ਵਿੰਦਰਜੀਤ ਨੂੰ ਸ਼ਾਇਦ ਇਹ ਲੱਗਿਆ ਹੋਊਗਾ ਕਿ ਮੈਂ ਅਕੀਤਾ ਆ ਗਿਆ ਸੀ ਤੇ ਮੈਂ ਚਲਾ ਗਿਆ। ਮੇਰੇ ਨਾਨਕਾ ਪਰਿਵਾਰ ਤੇ ਕਰਨਲ ਰਾਮ ਸਿੰਘ ਹੋਣੀ ਤੇ ਮੇਰੇ ਬਾਬਾ ਜੀ ਸੂਬੇਦਾਰ ਮੇਜਰ ਸਰਦਾਰਾ ਸਿੰਘ ਹੋਣੀ ਮਿੰਟ ਮੁੰਗਰੀ 'ਚ ਇਕੱਠੇ ਮਰੱਬੇ ਸੀ, ਆਪਸ 'ਚ ਭਰਾ ਬਣੇ ਹੋਏ ਸੀ। ਤੇ ਉਸ ਤੋਂ ਹੀ ਜਿੰਨੇ ਸਾਡੇ ਵਿਆਹ ਹੋਏ, ਇਸ ਪਰਿਵਾਰ ਨੇ ਨਾਨਕਾ ਪਰਿਵਾਰ ਨੂੰ ਹੀ ਨਾਨਕਾ ਸ਼ੱਕ, ਚਾਹੇ ਮੇਰੀਆਂ ਭੈਣਾਂ ਦਾ, ਚਾਹੇ ਮੇਰਾ, ਉਸੇ ਤਰ੍ਹਾਂ ਹੀ ਉਸ ਰੀਤ ਨੂੰ ਨਿਭਾਇਆ। ਰਾਜਨੀਤਿਕ ਤੌਰ ਤੇ ਤਾਂ ਬਹੁਤ ਗੱਲਾਂ ਇੱਥੇ ਹੋ ਗਈਆਂ ਨੇ ਭਾਜੀ ਸੁਰਿੰਦਰ ਹੋਣਾ ਦੀਆਂ, ਮੇਰੇ ਵੱਡੇ ਭਰਾ ਸਨ, ਪਰ ਉਹਨਾਂ ਦੇ ਜਿਹੜੇ ਸਾਥੀ ਸਨ ਸਰਦਾਰ ਖਜਾਨ ਸਿੰਘ ਤੇ ਸਰਦਾਰ ਪ੍ਰਕਾਸ਼ ਸਿੰਘ, ਉਹਨਾਂ ਬਾਰੇ ਕਿਸੇ ਨੇ ਜ਼ਿਕਰ ਨਹੀਂ ਕੀਤਾ। ਤੇ ਉਹਨਾਂ ਦੀ ਇੱਕ ਰੁਚੀ ਜਿਹੜੀ ਕਲਾਕਾਰੀ ਦੀ ਸੀ, ਕਿਉਂਕਿ ਇਸ ਪਰਿਵਾਰ ਦੇ ਵਿੱਚ ਭਾਜੀ ਮਨੋਹਰ ਦੀਪਕ, ਭਾਜੀ ਗੁਰਬਚਨ ਦੀਪਕ, ਭਾਜੀ ਅਵਤਾਰ ਦੀਪਕ ਤੇ ਸਰਦਾਰ ਸੁਰਿੰਦਰ ਸਿੰਘ ਦੀਪਕ ਤੇ ਈਵਨ ਦੈਨ ਕਿ ਐਡਵੋਕੇਟ ਹਰਵੰਸ ਸਿੰਘ ਹੋਣੀ, ਉਹਨਾਂ ਦੇ ਵੀ ਸਮਕਾਲੀ ਇੱਥੇ ਬੈਠੇ ਨੇ, ਬਾਜੀ ਦਲਜੀਤ ਹੋਣੀ, ਇਹ ਸਾਰੇ ਭੰਗੜੇ 'ਚ ਹੀ ਸਨ ਤੇ ਗਾਉਂਦੇ ਵੀ ਸਨ। ਤੇ ਭਾਜੀ ਹੋਣਾ ਨੂੰ ਮੇਰੇ ਦੋਸਤ ਸਰਦਾਰ ਤਰਲੋਕ ਸਿੰਘ ਹੋਣੀ, ਦਵਿੰਦਰ ਸਿੰਘ ਹੋਣੀ, ਜਸਵਿੰਦਰ ਸਨਾਮੀ ਹੋਣੀ, ਸਾਡੇ ਇੱਕ ਮਨਜੀਤ ਰਿਸ਼ੀ, ਅਸੀਂ ਉਹਨਾਂ ਦੀ ਤਿਆਰੀ ਕਰਾਉਣ ਲਈ ਵਿਸ਼ੇਸ਼ ਤੌਰ ਤੇ, ਕਿਉਂਕਿ ਸਾਡੇ 'ਚ ਉਦੋਂ ਉਹ ਮੋਹਰੀ ਤੌਰ ਦੇ ਉੱਤੇ ਗਾਉਂਦੇ ਸੀ ਤੇ ਇਹਨਾਂ ਕੋਲੇ ਜਾਣਾ। ਇਹਨਾਂ ਨੇ ਉੱਥੇ, ਕਿਉਂਕਿ ਉਸਤਾਦ ਭਾਨਾ ਦਾ ਘਰ ਵੀ ਨਾਲ ਸੀ, ਸਾਨੂੰ ਰਿਦਮ ਦੀ ਵੀ ਕੋਈ ਸਮੱਸਿਆ ਨਹੀਂ ਹੁੰਦੀ ਸੀ ਤੇ ਪੇਟੀ ਆਪ ਭਾਜੀ ਸੁਰਿੰਦਰ ਹੋਣਾ ਨੇ ਵਜਾਉਣੀ। ਤੇ ਪੰਜਾਬ ਦਾ ਕੋਈ ਇਹੋ ਜਿਹਾ ਸਰਮੌਰ ਕਲਾਕਾਰ ਨਹੀਂ ਹੋਣਾ ਜਿਹੜਾ ਉਸ ਘਰ 'ਚ ਨਹੀਂ ਆਇਆ, ਚਾਹੇ ਉਹ ਸੁਰਿੰਦਰ ਕੌਰ ਜੀ ਸਵਰਗੀ ਆ, ਚਾਹੇ ਪ੍ਰਕਾਸ਼ ਕੌਰ ਜੀ, ਆਸਾ ਸਿੰਘ ਮਸਤਾਨਾ ਜੀ, ਨਰਿੰਦਰ ਬੀਬਾ ਜੀ, ਕੁਲਦੀਪ ਮਾਨਕ ਜੀ, ਮੁਹੰਮਦ ਸਦੀਕ ਸਾਹਿਬ, ਜਗਮੋਹਨ ਕੌਰ ਜੀ, ਕੇ ਦੀਪ ਜੀ, ਬਹੁਤ ਵੱਡੇ ਵੱਡੇ ਗਵਈਏ ਤੇ ਉਹ ਵਜਾਤੇ ਖੁਦ ਬਹੁਤ ਵਧੀਆ ਗਾਉਂਦੇ ਸੀ। ਮੈਨੂੰ ਹੱਸਦੇ ਹੁੰਦੇ ਸੀ। ਮੈਂ ਉਹਨਾਂ ਦੇ ਰੁਖਸਤ ਹੋਣ ਤੋਂ 20 ਦਿਨ ਪਹਿਲਾਂ ਮੈਂ ਤੇ ਜਸਵਿੰਦਰ ਵਿਸ਼ੇਸ਼ ਤੌਰ ਤੇ ਗਏ, ਜਦੋਂ ਪਤਾ ਲੱਗਿਆ ਕਿ ਉਹ ਥੋੜੇ ਜਿਹੇ ਬਿਮਾਰ ਨੇ, ਤੇ ਕਿਉਂਕਿ ਭੋਗਾਂ ਦੇ ਤਾਂ ਹਰ ਬੰਦਾ ਆ ਜਾਂਦਾ ਹੈ, ਪਰ ਅਸੀਂ ਉਸ ਟਾਈਮ ਤੇ ਅਵੇਸਲੇ ਹੋ ਜਾਂਦੇ ਹਾਂ, ਉਦੋਂ ਨਹੀਂ ਮਿਲਣੇ ਜਾਂਦੇ ਜਦੋਂ ਇਹ ਪਤਾ ਲੱਗੇ ਕਿ ਯਾਰ ਉਹਦੀ ਤਬੀਅਤ ਨਿਸ਼ਾਦ ਹੋਈ ਹੈ ਤੇ ਸਾਨੂੰ ਜਾਣਾ ਚਾਹੀਦਾ। ਬੱਬੂ ਮੇਰਾ ਭਤੀਜ ਹੈ, ਸਗਾ ਇਹਦੇ ਸਾਹਮਣੇ ਮੰਜੇ ਤੋਂ ਉਹਨਾਂ ਨੂੰ ਖੜਾ ਕੀਤਾ, ਉਹਨਾਂ ਨੂੰ ਗੀਤ ਵੀ ਸੁਣਾਏ ਤੇ ਉਹਨਾਂ ਨਾਲ ਬੜੀਆਂ ਗੱਲਾਂ ਕੀਤੀਆਂ ਕਿ ਹਾਲੇ ਆਪਾਂ ਨੇ ਬਹੁਤ ਕੁਝ ਕਰਨਾ ਹੈ।
पर अचानक उन्होंने कोई साह की प्रॉब्लम हुई, हॉस्पिटलाइज भी किए गए, पर सच्चे पातशाह को मंजूर नहीं सी। सो मैं अपने परिवार वालों, अपने दोस्तों वालों, सारा जोगा सिंह होनी भी विशेष तौर पर पहुँचे ने, ये भी साडा परिवार है, तो सारे वालों सच्चे पातशाह वाहिगुरू की हजूरी अरदास करदा कि उन्होंने अपने चरणों च निवास बख्शे, पिछे परिवार को भाणा मनण का बल बख्शे। सो भाजी महेशिंदर जो बहुत सीनियर डॉक्टर्स ने, वो हुण वडेरे रह गए ने परिवार च, उस तो मगरों हरबंस होनी ने, ते साडियां सत्कारयोग भाबियां भाजी गुरदीप होना दे घरों भी ते भाजी सुरिंदर होना दे घरों भी वो हाले बरकरार ने। अज बच्चों को सारिਆਂ ਨੂੰ छोटिਆਂ ਨੂੰ मिल के भी बहुत खुशी हुई है। सो इन्नियां एक बार फिर वाहिगुरू की अरदास करता हुआ कि मंदा जाचका वाहिगुरू जी का खालसा वाहिगुरू जी की। साध संगत जीओ, समा बहुत हो चुका है और मैं समझदा कि आपां उस शख्सियत को श्रद्धांजलियां दे रहे हैं जिन्हों के लिए समा और शब्द हो सकता है, पर उन्होंने जीवन का व्याख्यान है जोड़ा, जीवन का वर्णन है जोड़ा, वो नहीं हो सकता है। मेरे तो पहला मेरे सत्कारयोग वीर विनरजीत गोल्डी जी ने, गुरप्रीत जी ने, चीमा साहब ने, सारी सत्कारयोग बुलारिया ने बड़े विस्तार के अपने जाती निजी सियासी संबंध और बम्मी वीर जी उन्होंने अपने परिवारक संबंधों के नाल जो उन्होंने कला के रुचि सी वो बारे वर्णन किया। सो मैं समझदा कि इन्ना कुछ होने तो बाद मेरे को कुछ उन्होंने बारे कहने को रह नहीं जाता। मैं यही मन के चाहता कि जिस व्यक्ति के नाम के नाल भाजी, बाई जी, वीर जी ये शब्द लगे होना, तो उस तो अगे पिछे, उस तो पहला मगरों कहने को रह कुछ नहीं जाता है। और मैं अपने भी जाती तौर पर गल करा कि छोटे छोटे होंगे सीगे बाबू जी होनी उदों ट्रक यूनियन के प्रधान होंगे सीगे, उन्होंने नाल कदे ताया जी उन्होंने सुरिंदर सिंह जी उन्होंने मिलते या उन्होंने जाने तो बाद जदों भी कदे मिलिया तो हमेशा उन्होंने मैंने अपने बच्चों वांगू, अपने बेटियां वांगू बुक्कल दे विच लैके बड़ा प्यार और प्यार देंदे रहे मैनूं बड़ा निग नाल। सो मैं समझदा कि जदों चाहे सियासी तौर पर परिवार अलग अलग रहे, पर मैं समझदा कि ये वो परिवार है कि जिहड़ा समाज दे विच जिथे भी, क्योंकि अजिहे बहुत थोड़े परिवार मिलते हैं अजकल जिन्ना जिहड़े बेदाग होण, जिन्हां दे खिलाफ किसी विरोधी को भी कहने को कुछ ना होवे, जिन्हां दा जिंदगी एक आईने की तरह बिल्कुल साफ और स्पष्ट होवे। और मैं समझदा कि ताया जी होना तो वही गुण ने जिहड़े साडे वड्डे वीर बब्बू बाई जी होना को, बब्बू वीर जी होना ਨੂੰ मिले ने। तो इसे करके आप सारिया धार्मिक सियासी समाजिक लकीरों तो उपर उठ के अज ताया जी उन्होंने याद करने के लिए पहुँचे हाँ। सो जो अजिहियां शख्सियतां जांदियां ने हाज़री, तो उन्होंने घाटा है जोड़ा किसी एक परिवार को नहीं समुचे समाज में मिलता। सो मैं ज़्यादा समा ना लेंदा होया अपने वालों, अपने परिवार वालों और हल्के का एक निमाणा जिहा सेवादार होने के नाते जिथे सुरिंदर सिंह जी होना की याद सिर नवाउण उत्थे आओ सारे रल मिल के अरदास करिए कि हे सच्चे पातशाह वाहिगुरू विछड़ी रूह अपने चरणों च निवास बख्शो, परिवार में सगे समझे भाण मन बल बख्शो। बहुत बहुत धन्यवाद। वाहिगुरू जी का खालसा, श्री वाहिगुरू जी की फतेह। तो मैं बेनती करदा साडे जिले के प्रधान सरदार इकबाल सिंह चूंगा साहब को कि वो आके परिवार नाल दुख साझा करते शरधा के फुल भेंट कर। सरदार इकबाल सिंह चूंगा साहब बहुत ही सम्मानयोग शख्सियत सरदार सुरिंदर सिंह जी भाजी की अंतम अरदास में शोभत समग्र रूप साध संगत। वाहिगुरू जी का खालसा, वाहिगुरू जी की फतेह। गुरबाणी का फरमान बिच दुनिया सेव कमाई है तो दर गए वैसे पाई। बिल्कुल इस महान शख्सियत से पूरा टुकदा जिन्होंने अपना सारा जीवन पंथ पंजाब और समाज को समर्पित होकर जीविया। निष्काम रूप में पंथ और पंजाब के हकों के पहरेदार बन के विचरते रहे, चाहे वो जेल यात्रावां लम्मा समय दी करनियां पईआं। लखमीर वाला साहब दस के गए
ਚਾਹੇ ਪਰਿਵਾਰ ਨੂੰ ਕਿਸੇ ਵੀ ਕਿਸਮ ਦੇ ਸੰਕਟ ਨੇ ਜਿਹੜੇ ਉਹ ਸਹਿਣ ਕਰਨੇ ਪਏ। ਪਰਿਵਾਰ ਦੀਆਂ ਮਾਵਾਂ, ਧੀਆਂ, ਭੈਣਾਂ ਸਾਰਿਆਂ ਨੇ ਪੰਥ ਔਰ ਪੰਜਾਬ ਦੀ ਚੜ੍ਹਦੀ ਕਲਾ ਲਈ ਜੇਲ੍ਹ ਯਾਤਰਾਵਾਂ ਕੀਤੀਆਂ ਔਰ ਉਹਦੇ ਏਵਜ ਵਿੱਚ ਕਦੇ ਕੁਛ ਮੰਗਿਆ ਨਹੀਂ, ਕਿਸੇ ਕੋਲੇ ਹੱਥ ਨਹੀਂ ਅੱਡੇ ਕਿ ਸਾਨੂੰ ਪਾਰਟੀ ਤੋਂ, ਸਰਕਾਰਾਂ ਤੋਂ ਜਾਂ ਲੀਡਰਾਂ ਤੋਂ ਕਿਸੇ ਆਹ ਚੀਜ਼ ਦੀ ਲੋੜ ਹੈ। ਸੋ ਮੈਂ ਸਮਝਦਾ ਐਸੀ ਪੰਥ ਪ੍ਰਸਤੀ, ਐਸੀ ਸੇਵਾ ਭਾਵਨਾ ਅੱਜ ਰਾਜਨੀਤੀ 'ਚ ਅਲੋਪ ਹੁੰਦੀ ਜਾ ਰਹੀ ਹੈ। ਇੱਥੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂ ਆਪਾਂ 'ਚ ਸ਼ੋਭਤ ਹਾਂ। ਸਾਨੂੰ ਲੋੜ ਹੈ ਕਿ ਐਸੇ ਸਮਿਆਂ ਦੇ ਆਪਦੇ ਅੰਦਰ ਝਾਤ ਮਾਰੀਏ ਕਿ ਰਾਜਨੀਤੀ ਕਿੱਧਰ ਨੂੰ ਜਾ ਰਹੀ ਹੈ, ਕਿੰਨੀ ਗਿਰਾਵਟ ਅੱਜ ਆ ਗਈ ਹੈ ਸਮਾਜ ਵਿੱਚ। ਅਸੀਂ ਸਿਰਫ ਨਿੱਜ ਤੋਂ ਉੱਪਰ ਉੱਠ ਹੀ ਨਹੀਂ ਰਹੇ, ਜੋ ਮੰਗ ਰਹੇ ਹਾਂ ਸਿਰਫ ਨਿੱਜ ਲਈ ਮੰਗ ਰਹੇ ਹਾਂ। ਪੰਜਾਬ ਦਾ, ਸਮਾਜ ਦਾ, ਪੰਥ ਦਾ, ਲੋਕਾਂ ਦਾ, ਗਰੀਬ ਸਮਾਜ ਦਾ ਕਿਸੇ ਨੂੰ ਕੋਈ ਦੁੱਖ ਦਰਦ ਨਹੀਂ ਹੈ। ਸੋ ਇਹ ਉਹ ਲੋਕ ਸਨ ਜਿਹਨੇ ਇਹਨਾਂ ਨੇ ਆਪਣਾ ਆਪ ਗਵਾ ਕੇ ਸਮਾਜ ਲਈ, ਲੋਕਾਂ ਲਈ ਆਪਣਾ ਜੀਵਨ ਜੀਵਿਆ। ਸੋ ਅੱਜ ਆਪਾਂ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਮੈਂ ਸਮਝਦਾ ਇੱਥੇ ਬਹੁਤ ਦਰਜਾ ਬਦਰਜਾ ਲੀਡਰ ਸਾਹਿਬਾਨ ਵੱਖ-ਵੱਖ ਪਾਰਟੀਆਂ ਦੇ ਸ਼ੋਭਤ ਨੇ। ਸਾਨੂੰ ਇਹ ਤੋਂ ਇਹ ਸੁਨੇਹਾ ਵੀ ਲੈ ਕੇ ਜਾਣਾ ਚਾਹੀਦਾ ਕਿ ਅਸੀਂ ਉਹੋ ਜਿਹੇ ਤਾਂ ਨਹੀਂ ਬਣ ਸਕਦੇ, ਪਰ ਕੁਛ ਨਾ ਕੁਛ ਗੁਣ ਉਹਨਾਂ ਦੇ ਵਰਗੇ ਗ੍ਰਹਿਣ ਕਰਨ ਦਾ ਜਦੋਂ ਕਰੀਏ, ਆਪਣੇ ਜੀਵਨ ਵਿੱਚ ਨਿਸ਼ਕਾਮਤਾ ਨੂੰ ਲਿਆਉਣ ਦਾ ਜਦੋਂ ਕਰੀਏ, ਥੋੜ੍ਹਾ ਬੜਾ ਨਿੱਜ ਤੋਂ ਉੱਪਰ ਉੱਠੀਏ। ਨਹੀਂ ਇਸ ਤਰ੍ਹਾਂ ਦਾ ਵਰਤਾਰਾ ਜੋ ਅੱਜ ਰਾਜਨੀਤੀ ਵਿੱਚ ਚੱਲ ਰਿਹਾ ਹੈ, ਇਸ ਦੇ ਨਾਲ ਰਾਜਨੀਤੀ ਇੰਨੀ ਗਿਰਾਵਟ ਵੱਲ ਜਾ ਰਹੀ ਹੈ। ਤੁਹਮਤਬਾਜ਼ੀ, ਇਲਜ਼ਾਮਬਾਜ਼ੀ ਜਾਂ ਹੋਰ ਕਿਸਮ ਦਾ ਮਾਇਆ ਦਾ ਜਾਲ, ਇਹਨਾਂ ਸਾਰੀਆਂ ਚੀਜ਼ਾਂ ਵਿੱਚ ਲੋਕਾਂ ਦਾ ਵਿਸ਼ਵਾਸ ਹੈ ਜਿਹੜਾ ਰਾਜਨੀਤਿਕ ਲੋਕਾਂ ਤੋਂ ਉੱਠਦਾ ਜਾ ਰਿਹਾ। ਸਾਨੂੰ ਇਸ ਕਿਸਮ ਦੇ ਰਾਜਨੀਤਿਕ ਆਗੂਆਂ ਦੀ ਲੋੜ ਹੈ। ਸਰਦਾਰ ਸੁਰਿੰਦਰ ਸਿੰਘ ਜੀ ਭਾਜੀ ਵਰਗੇ ਜਿਹੜੇ ਕਰਦੇ ਸਾਰਾ ਕੁਛ ਸੀ ਸਮਾਜ ਲਈ, ਪਰ ਮੰਗਦੇ ਕੁਛ ਨਹੀਂ ਸੀ। ਸੋ ਉਸ ਕਿਸਮ ਦਾ ਜੀਵਨ ਅਪਣਾਉਣ ਦਾ ਯਤਨ ਕਰੀਏ। ਇਹੀ ਮੈਂ ਸਮਝਦਾ ਉਹਨਾਂ ਨੂੰ ਸੱਚੀ ਔਰ ਸੁੱਚੀ ਸ਼ਰਧਾਂਜਲੀ ਹੈ। ਉਹ ਸ਼੍ਰੋਮਣੀ ਅਕਾਲੀ ਦਲ ਦੇ ਹਮੇਸ਼ਾ ਹੁਣ ਤੱਕ ਵਰਕਰ ਸਿਪਾਹੀ ਬਣ ਕੇ ਰਹੇ, ਪਰਿਵਾਰ ਵੀ ਉਸੇ ਤਰ੍ਹਾਂ ਰਿਹਾ ਔਰ ਬਿਨਾਂ ਕਿਸੇ ਮੰਗ, ਬਿਨਾਂ ਕਿਸੇ ਲੋਭ ਲਾਲਚ ਤੋਂ ਆਪਣਾ ਸਾਰਾ ਜੀਵਨ ਪੁਸ਼ਤ ਦਰ ਪੁਸ਼ਤ, ਚੌਥੀ ਪੁਸ਼ਤ ਹੋ ਰਹੀ ਉਹ ਉਸ ਤਰ੍ਹਾਂ ਹੀ ਅਕਾਲੀ ਦਲ ਨੂੰ ਡਟ ਕੇ ਖੜੇ ਨੇ। ਚੰਗੇ ਸਮੇਂ ਮਾੜੇ ਆਉਂਦੇ ਰਹਿੰਦੇ ਨੇ, ਲੋਕ ਨਿੱਕੀਆਂ ਨਿੱਕੀਆਂ ਲਾਲਚਾਂ, ਗਰਜਾਂ ਬਸ ਬਦਲ ਜਾਂਦੇ ਨੇ, ਸਾਰਾ ਕੁਝ ਲੈ ਕੇ ਵੀ ਬਦਲ ਜਾਂਦੇ ਨੇ। ਸੋ ਪਰ ਇਹ ਬਸ ਪਰਿਵਾਰ ਨੇ ਪੂਰਾ ਆਪਣਾ ਜੀਵਨ ਪੁਸ਼ਤ ਦਰ ਪੁਸ਼ਤ ਪੰਥ ਨੂੰ ਸਮਰਪਿਤ ਰਹਿ ਕੇ ਜੀਵਿਆ। ਸੋ ਸਾਡਾ ਸਿਰ ਝੁਕਦਾ ਉਹਨਾਂ ਅੱਗੇ। ਅਸੀਂ ਆਪਣੀ ਪਾਰਟੀ ਵੱਲੋਂ ਜਿੱਥੇ ਉਹਨਾਂ ਨੂੰ ਸ਼ਰਧਾ ਔਰ ਸਨਮਾਨ ਭੇਟ ਕਰਦੇ ਹਾਂ, ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ ਕਿ ਸਾਡੇ ਵਰਗਿਆਂ 'ਤੇ ਵੀ ਕਿਰਪਾ ਕਰੋ ਕਿ ਅਸੀਂ ਕੁਛ ਨਾ ਕੁਛ ਗੁਣ ਉਹਨਾਂ ਵਰਗੇ ਗ੍ਰਹਿਣ ਕਰਕੇ ਸਹੀ ਢੰਗ ਨਾਲ ਨਿਸ਼ਕਾਮ ਰੂਪ ਵਿੱਚ ਪੰਥ ਔਰ ਪੰਜਾਬ ਦੀ, ਸਮਾਜ ਦੀ ਸੇਵਾ ਕਰ ਸਕੀ। ਸੋ ਮੈਂ ਇੰਨੀਆਂ ਬੇਨਤੀਆਂ ਕਰਦਾ, ਉਹਨਾਂ ਨੂੰ ਸ਼ਰਧਾ ਔਰ ਸਨਮਾਨ ਭੇਟ ਕਰਦਾ। ਬਾਬੂ ਜੀ ਸਾਡੇ ਪਾਰਟੀ ਦੇ ਸਰਕਲ ਪ੍ਰਧਾਨ ਨੇ, ਬਹੁਤ ਵਧੀਆ ਢੰਗ ਨਾਲ ਪਾਰਟੀ ਦੀ ਨਿਸ਼ਕਾਮ ਰੂਪ ਵਿੱਚ ਸੇਵਾ ਨਿਭਾਉਂਦੇ ਨੇ। ਉਹਨਾਂ ਨਾਲ ਦੁੱਖ ਵੀ ਸਾਂਝਾ ਕਰਦੇ ਹਾਂ, ਪਰ ਆਸ ਕਰਦੇ ਹਾਂ ਗੁਰੂ ਮਹਾਰਾਜ ਕਿਰਪਾ ਕਰਨਗੇ ਕਿ ਇਹ ਪਰਿਵਾਰ ਉਹਨਾਂ ਲੀਹਾਂ 'ਤੇ ਚੱਲਦਾ ਹੋਇਆ ਉਸੇ ਤਰ੍ਹਾਂ ਪੰਥ ਔਰ ਪੰਜਾਬ ਦੀ ਸੇਵਾਵਾਂ ਨਾਲ ਜੁੜਿਆ ਰਹੇ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਜੇ ਸਮਾਜਿਕ ਪਰਿਵਾਰ ਜੀਵਨ ਦੇ ਵਿੱਚ ਦੇਖੀ ਹੈ, ਉਹਨਾਂ ਨੇ ਆਪਣੇ ਵੱਡੇ ਭਰਾ ਸਾਹਿਬ ਗੁਰਦੀਪ ਸਿੰਘ ਹੋਰਾਂ ਦਾ ਇੱਕ ਰਾਮ ਲక్ష్మణ ਦੀ ਜੋੜੀ ਦੀ ਤਰ੍ਹਾਂ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ ਤੇ ਆਪਣੇ ਛੋਟੇ ਭਰਾਵਾਂ ਦੇ ਉਸੇ ਦਾ ਪ੍ਰਭਾਵ ਦੇਖ ਰੇਖ ਵੀ ਕਰਦੇ ਰਹੇ। ਪਰਿਵਾਰਕ ਤੌਰ ਦੇ ਉੱਤੇ ਸਾਰਿਆਂ ਦਾ ਦੁੱਖ ਸੁੱਖ ਸਾਂਝਾ ਕਰਦੇ ਰਹੇ ਅਤੇ ਉਸ ਤੋਂ ਬਿਨਾਂ ਇੱਕ ਹੋਰ ਬੜਾ ਗੁਣ ਜਿਹਦਾ ਜ਼ਿਕਰ ਤੇ ਪੰਮੀ ਬਾਈ ਜੀ ਕਰਕੇ ਗਏ ਨੇ, ਇੱਕ ਬਹੁਤ ਵਧੀਆ ਕਲਾਕਾਰ ਸੀ। ਆਵਾਜ਼ ਕੁਦਰਤ ਨੇ ਬਹੁਤ ਸੁਰੀਲੀ ਦਿੱਤੀ ਸੀ ਅਤੇ ਸ਼ੌਕ ਵੀ ਸੀ। ਕੋਈ ਇਹ ਨਹੀਂ ਸੀ ਕਿ ਪੈਸੇ ਨੂੰ ਕਮਾਉਣ ਵਾਸਤੇ ਕੋਈ ਕਲਾ ਨੂੰ ਵਰਤਦੇ ਸਨ। ਆਪਦੇ ਮਨ ਦੀ ਖੁਸ਼ੀ ਦੇ ਲਈ, ਆਪਣੇ ਜੀਵਨ ਦੇ ਵਾਸਤੇ ਖੁਸ਼ ਰੱਖਣ ਦੇ ਲਈ ਉਹ ਇਸ ਕਲਾ ਨੂੰ ਵਰਤਦੇ। ਤੇ ਪੰਜਾਬੀ ਦੇ ਵੱਡੇ ਵੱਡੇ ਕਲਾਕਾਰ ਜਿਸ ਤਰ੍ਹਾਂ ਪੰਮੀ ਜ਼ਿਕਰ ਕਰਕੇ ਗਏ ਨੇ, ਇਹਨਾਂ ਦੇ ਘਰ ਆ ਕੇ ਰਹਿੰਦੇ ਰਹੇ। ਤੇ ਪੰਥ ਪ੍ਰਸਤੀ ਦਾ ਜਿੱਥੇ ਤੱਕ ਜ਼ਿਕਰ ਕਰੀਏ, ਉਹਦੀ ਮਿਸਾਲ ਕਦੇ ਹੋਰ ਮਿਲ ਨਹੀਂ ਸਕਦੀ। ਜਿਸ ਤਰ੍ਹਾਂ ਸ੍ਰੀ ਸਕੱਤਰ ਸਾਹਿਬ ਨੇ ਦੱਸਿਆ ਕਿ ਮਾਸਟਰ ਤਾਰਾ ਸਿੰਘ ਜੀ ਤੋਂ ਲਾ ਕੇ ਮੌਜੂਦਾ ਪ੍ਰਧਾਨ ਸਾਹਿਬ ਤੱਕ ਹਰੇਕ ਪ੍ਰਧਾਨ ਨੇ ਇਹਨਾਂ ਦੇ ਘਰਾਂ ਵਿਖੇ ਚਰਨ ਪਾਏ।
ਉਹ ਤੋਂ ਵੱਡੀ ਖੂਬੀ ਸਭ ਤੋਂ ਵੱਡੀ ਇਹ ਹੈ ਕਿ ਇਸ ਪਰਿਵਾਰ ਦੇ ਬੱਚਿਆਂ ਨੇ, ਬੀਬੀਆਂ ਨੇ ਉਹਨਾਂ ਦਾ ਖਾਣ ਪਾਣ ਆਪਦੇ ਹੱਥੀਂ ਤਿਆਰ ਕੀਤਾ। ਅੱਜ ਰਿਵਾਜ ਹੈ ਕੋਈ ਪ੍ਰਧਾਨ ਆਵੇ ਸ਼ੋ ਆਪਦੇ ਲਈ ਵੱਡੇ ਵੱਡੇ ਕੁਕਰਾਂ ਨੂੰ ਬੁਲਾ ਲੈਂਦੇ ਆ, ਕੇਟਰ ਆ ਜਾਂਦੇ ਨੇ, ਪਰ ਇਹ ਪਰਿਵਾਰ ਹਮੇਸ਼ਾ ਆਪਦੇ ਹੱਥੀਂ ਤਿਆਰ ਕਰਕੇ ਇਹ ਖਾਣਾ ਉਹਨਾਂ ਨੂੰ ਖਵਾਉਂਦਾ ਰਿਹਾ। ਤੇ ਫਿਰ ਅੱਜ ਦਾ ਯੁੱਗ ਇਹੋ ਜਿਹਾ ਹੈ ਕਿ ਮਨੁੱਖ ਦੀ ਕਿਸੇ ਮਾੜੀ ਮੋਟੀ ਪ੍ਰਧਾਨ ਦੇ ਨਾਲ ਸਤਿ ਸ੍ਰੀ ਅਕਾਲ ਹੀ ਹੋ ਜਾਵੇ, ਉਹ ਵੀ ਬਰਾਬਰ ਕਿਸੇ ਉਹਦੇ ਵੱਲੋਂ ਭੱਜਦਾ। ਜੇ ਕਿਤੇ ਘਰ ਇੰਨੇ ਪ੍ਰਧਾਨ ਆਏ ਹੋਣ ਫਿਰ ਤਾਂ ਕੋਈ ਹੱਥੇ ਕੋਈ ਨਹੀਂ, ਤਾਂ ਫਿਰ ਕਹਿੰਦਾ ਮੈਂ ਤਾਂ ਹੁਣ ਵੱਡਾ ਉਹਦਾ ਲੈਣਾ। ਇਹਨਾਂ ਨੇ ਕਦੇ ਵੀ ਉਹਦੇ ਦੀ ਮੰਗ ਨਹੀਂ ਕੀਤੀ, ਸਗੋਂ ਇੱਥੇ ਡਰ ਕੇ ਜੇ ਸ਼੍ਰੋਮਣੀ ਕਮੇਟੀ ਦੀ ਚੋਣ ਆਉਂਦੀ ਤਾਂ ਸਾਸਕ ਦਰਸ਼ਨ ਸਿੰਘ ਦੀ ਮਦਦ ਕਰਦੇ, ਜੇ ਅਸੈਂਬਲੀ ਦੀ ਚੋਣ ਆਈ ਤਾਂ ਸਾਹਿਬਜ਼ਾਦਾ ਗੁਰਬਚਨ ਸਿੰਘ ਦੀ ਮਦਦ ਕਰਦੇ। ਉਸ ਤੋਂ ਬਾਅਦ ਵੀ ਜੋ ਵੀ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਇੱਥੋਂ ਆਉਂਦਾ ਰਿਹਾ ਉਹਦੀ ਡਰ ਕੇ ਮਦਦ ਕਰਦੇ। ਅਜੇ ਸੱਜਣ ਦਾ ਚਲੇ ਜਾਣਾ ਮੈਂ ਸਮਝਦਾ ਉਹਦੇ ਜੀਵਨ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਤੇ ਇਹੋ ਜਿਹੇ ਬਿਰਲੇ ਸੱਜਣ ਹੁੰਦੇ ਨੇ ਜਿਹੜੇ ਸੰਸਾਰ ਦੇ ਵਿੱਚ ਆਉਂਦੇ ਨੇ, ਉਹਨਾਂ ਦੇ ਜਾਣ ਦਾ ਘਾਟਾ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੁੰਦਾ। ਮੇਰੀ ਉਹਨਾਂ ਦੇ ਨਾਲ ਬਹੁਤ ਲੰਮੇ ਸਮੇਂ ਤੋਂ ਨੇੜਤਾ ਸੀ। ਉਹ ਜਵਾਨੀ ਦੇ ਵਿੱਚ ਮੈਂ ਬਚਪਨ ਤੋਂ ਜਵਾਨੀ ਵੱਲ ਨੂੰ ਚੱਲਦਾ ਸੀ, ਉਸ ਸਮੇਂ ਤੋਂ ਅਸੀਂ ਇਕੱਠੇ ਤੁਰਦੇ ਰਹੇ। ਤੇ ਮੈਨੂੰ ਇਹ ਤਾਂ ਆਪਣੇ ਤੌਰ ਤੇ ਇੱਕ ਨਿੱਜੀ ਘਾਟਾ ਮੈਂ ਸਮਝਦਾ, ਪਰ ਅਕਾਲ ਪੁਰਖ ਦੇ ਹੁਕਮ ਅੱਗੇ ਕੋਈ ਜੋੜ ਨਹੀਂ ਚਾਹਦਾ। ਸਤਿਗੁਰੂ ਆਪ ਫਰਮਾਉਂਦੇ ਹੈ ਜਿਸ ਠਾਕੁਰ ਸੇ ਨਹੀਂ ਕੋਈ ਜਾਣਾ ਤਾਂ ਕੋ ਕੀਜੇ ਸਦ ਨਮਸਕਾਰ। ਸਤਿਗੁਰੂ ਕਹਿੰਦੇ ਜਿਹਦੇ ਜੋੜ ਕੋਈ ਨਹੀਂ ਉਹਦਾ ਅੱਗੇ ਤਾਂ ਅਰਦਾਸ ਕਰਨੀ ਉਹ ਬਣਦੀ ਹੈ। ਆਪਾਂ ਨਾਲ ਕੇ ਸਾਰਾ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਜਿੱਥੇ ਉਹਨਾਂ ਨੂੰ ਆਪਣੇ ਚਰਨਾਂ 'ਚ ਦਾਸ ਬਖਸ਼ ਕਰੋਗੇ, ਉੱਥੇ ਪਿੱਛੇ ਉਹਨਾਂ ਦਾ ਪਰਿਵਾਰ, ਦੋਸਤ ਮਿੱਤਰ, ਸਾਥ ਸੰਬੰਧੀ ਸਾਨੂੰ ਸਾਰਿਆਂ ਨੂੰ ਪਾਣਾ ਬਣਨ ਦਾ ਬਲ ਬਖਸ਼ ਕਰੋ। ਇਹਦੇ ਸ਼ਬਦਾਂ ਦੇ ਨਾਲ ਜਿੱਥੇ ਮੈਂ ਪਿਛੜੀ ਰੂਹ ਨੂੰ ਸ਼ਬਦਾਂ ਦੇ ਫੁੱਲ ਭੇਂਟ ਕਰਦਾ, ਉੱਥੇ ਤੁਹਾਡਾ ਸਾਰਿਆਂ ਦੇ ਬਹੁਤ ਧੰਨਵਾਦੀ ਹਾਂ ਜਿਹੜੇ ਅੱਜ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਵਿਸ਼ੇਸ਼ ਤੌਰ 'ਤੇ ਰਾਜਨੀਤਿਕ ਪਾਰਟੀ ਦੇ ਆਗੂ ਸਾਹਿਬਾਨ, ਉਹਨਾਂ ਦੇ ਬਹੁਤ ਸਾਰੇ ਮਿੱਤਰ ਦੋਸਤ, ਸ਼ਹਿਰ ਦੇ ਪ੍ਰਮੁੱਖ ਸੱਜਣ, ਸਾਰੇ ਜਿਹੜੇ ਅੱਜ ਇੱਥੇ ਆਏ ਹੋ, ਮੈਂ ਆਪਣੇ ਵੱਲੋਂ ਤੇ ਪਰਿਵਾਰ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਕਿ ਤੁਹਾਡੀ ਅਰਦਾਸ ਮਿੱਟੀ ਨਹੀਂ ਜਾਏਗੀ। ਨਿਸ਼ਚਿਤ ਸਤਿਗੁਰੂ ਕਿਰਪਾ ਕਰਨਗੇ, ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਬੇਨਤੀ ਜਗ੍ਹਾ ਬਖਸ਼ ਕਰਨਗੇ ਅਤੇ ਪਿੱਛੇ ਪਰਿਵਾਰ ਨੂੰ ਪਾਣਾ ਬਣਨ ਦਾ ਬਲ ਬਖਸ਼ ਕਰਨਗੇ। ਤੇ ਨਾਲ ਹੀ ਮੇਰੀ ਬੇਨਤੀ ਹੈ ਕਿ ਗੁਰੂ ਮਹਾਰਾਜ ਦਾ ਦੇਖ ਲੈਣ ਦਾ ਉਪਰੰਤ ਜਿਸ ਕਿਸੇ ਨੇ ਲੰਗਰ ਨਹੀਂ ਛਕਿਆ ਉਹ ਲੋੜ ਅਨੁਸਾਰ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰੇ। ਚਾਹ ਦਾ ਲੰਗਰ ਚੱਲੇਗਾ, ਚਾਹ ਦਾ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਇੱਕ ਵਾਰ ਫਿਰ ਆਪ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ